ਧੰਨ ਵਾਹਿਗੁਰੂ ਸਾਹਿਬ ਜੀਓ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰਿ ਨਾਲੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰਿ ਨਾਲੇ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਸ਼ਬਦ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਤਿਨਾਂ ਦੀ ਅਪਾਰ ਬਖਸ਼ਿਸ਼ ਦਾ ਸਦਕਾ ਗੁਰੂ ਸਵਾਰੀ ਗੁਰੂ ਪਿਆਰੀ ਸਾਧ ਸੰਗਤ ਜੀਓ, ਆਨੰਦ ਸਾਹਿਬ ਦੀ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਨੂੰ ਸਮਝਦਿਆਂ ਹੋਇਆਂ ਦੂਸਰੀ ਪੌੜੀ ਦਾ ਪਾਠ ਆਪਾਂ ਬੜੇ ਹੀ ਪਿਆਰ ਅਦਬ ਦੇ ਨਾਲ ਹੁਣੇ ਸਰਵਣ ਕੀਤਾ ਹੈ। ਆਓ ਇਸ ਪਾਵਨ ਪੌੜੀ ਦੇ ਰਾਹੀਂ ਗੁਰੂ ਅਮਰਦਾਸ ਜੀ ਮਹਾਰਾਜ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਜੀਵਨ ਦੀਆਂ ਕਿਹੜੀਆਂ ਡੂੰਘੀਆਂ ਵਿਚਾਰਾਂ ਸਤਿਗੁਰੂ ਜੀ ਸਾਨੂੰ ਸਮਝਾਉਣ ਦਾ ਯਤਨ ਕਰ ਰਹੇ ਨੇ। ਇਹਨਾਂ ਸਮੁੱਚੀਆਂ ਹੀ ਵਿਚਾਰਾਂ ਨੂੰ ਆਪਾਂ ਇਸ ਪੌੜੀ ਨੂੰ ਆਧਾਰ ਬਣਾ ਕਰਕੇ ਸਮਝਣ ਦਾ ਯਤਨ ਕਰਨਾ ਹੈ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਕਲਗੀਧਰ ਪਿਤਾ ਵੱਲੋਂ ਬਖਸ਼ਿਸ਼ ਕੀਤੀ ਹੋਈ ਗੁਰਫਤਿਹ ਦੇ ਨਾਲ ਸਾਂਝ ਪਾਈਏ ਜੀ। ਪ੍ਰਵਾਨੋ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸ ਪਾਵਨ ਪੌੜੀ ਦੇ ਅੰਦਰ ਬਖਸ਼ਿਸ਼ ਕੀਤੀ ਹੈ, ਏ ਮਨ ਮੇਰਿਆ ਤੂੰ ਸਦਾ ਰਹੋ ਹਰਿ ਨਾਲੇ। ਸਾਧ ਸੰਗਤ ਜੀਓ, ਜਦੋਂ ਆਪਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਬਾਣੀ ਨੂੰ ਪੜ੍ਹਦੇ ਹਾਂ, ਸਮਝਦੇ ਹਾਂ, ਤੇ ਇੱਕ ਗੱਲ ਬਾਰ-ਬਾਰ ਸਾਡੇ ਸਾਹਮਣੇ ਉੱਭਰ ਕੇ ਆਉਂਦੀ ਹੈ ਕਿ ਪਾਵਨ ਬਾਣੀ ਦਾ ਜਿੰਨਾ ਵੀ ਉਪਦੇਸ਼ ਹੈ ਉਹ ਸਾਰਾ ਮਨ ਦੇ ਲਈ ਹੈ। ਮਨ ਨੂੰ ਸੰਬੋਧਨ ਕਰਦਿਆਂ ਹੋਇਆਂ ਸਤਿਗੁਰੂ ਜੀ ਨੇ ਮੁਬਾਰਕ ਬਾਣੀ ਦੇ ਅੰਦਰ ਬੇਅੰਤ ਐਸੇ ਪੱਖ ਜਿਹੜੇ ਨੇ ਉਹ ਇਸ ਇਨਸਾਨ ਨੂੰ ਸਮਝਾਉਣ ਦਾ ਯਤਨ ਕੀਤਾ ਹੈ। ਜਿਵੇਂ ਕਿ ਆਪਾਂ ਸਤਿਗੁਰੂ ਜੀ ਦੀ ਬਾਣੀ ਦਾ ਹੀ ਇਹ ਮੁਬਾਰਕ ਬਚਨ
ਪੜ੍ਹਦੇ ਹਾਂ, ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਜਾਂ ਸਤਿਗੁਰੂ ਜੀ ਪਾਵਨ ਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਨੇ, ਮਨ ਤਨ ਧਨ ਸਭ ਸੌਂਪ ਗੁਰ ਕੋ। ਇਹੋ ਜਿਹੇ ਬੇਅੰਤ ਬਚਨ ਜਿਹੜੇ ਨੇ, ਪ੍ਰਮਾਣ ਜਿਹੜੇ ਨੇ, ਉਹ ਸਾਨੂੰ ਬਾਣੀ ਦੇ ਵਿੱਚੋਂ ਪ੍ਰਾਪਤ ਹੋ ਜਾਂਦੇ ਨੇ। ਸਤਿਗੁਰੂ ਜੀ ਜਿਨ੍ਹਾਂ ਦੇ ਵਿੱਚ ਇਸ ਮਨ ਨੂੰ ਸੰਬੋਧਨ ਕਰ ਰਹੇ ਨੇ, ਮਨ ਨੂੰ ਸਮਝਾ ਰਹੇ ਨੇ, ਸੋ ਉਸ ਦਾ ਕਾਰਨ ਇਹ ਹੈ ਕਿ ਮਨ ਜਿਹੜਾ ਹੈ ਉਹ ਇਸ ਤਨ ਦੀ ਅਗਵਾਈ ਕਰਦਾ ਹੈ। ਮਨ ਇਸ ਤਨ ਨੂੰ ਚਲਾਉਣ ਦੇ ਵਿੱਚ ਸਹਾਈ ਹੁੰਦਾ ਹੈ। ਆਪਾਂ ਇਸ ਨੂੰ ਐਵੇਂ ਸਮਝ ਸਕਦੇ ਹਾਂ ਕਿ ਸਾਡਾ ਤਨ ਜਿਹੜਾ ਹੈ, ਸਾਡਾ ਸਰੀਰ ਜਿਹੜਾ ਹੈ, ਉਹ ਮੰਨ ਕੇ ਚੱਲੋ ਵੀ ਇੱਕ ਗੱਡੀ ਹੈ, ਤੇ ਗੱਡੀ ਨੂੰ ਚਲਾਉਣ ਦੇ ਲਈ ਜਿਵੇਂ ਇੱਕ ਡਰਾਈਵਰ ਦੀ ਜ਼ਰੂਰਤ ਹੁੰਦੀ ਹੈ, ਇੱਕ ਡਰਾਈਵਰ ਦੀ ਲੋੜ ਹੈ, ਉਵੇਂ ਹੀ ਸਾਡੇ ਇਸ ਸਰੀਰ ਰੂਪੀ, ਇਸ ਤਨ ਰੂਪੀ ਗੱਡੀ ਦਾ ਡਰਾਈਵਰ ਹੈ ਮਨ। ਤੇ ਜਿਵੇਂ ਇੱਕ ਡਰਾਈਵਰ ਦੇ ਹੱਥ ਦੇ ਵਿੱਚ ਗੱਡੀ ਹੈ, ਉਹ ਜਿੱਧਰ ਨੂੰ ਚਾਹਵੇ ਉਸ ਗੱਡੀ ਨੂੰ ਲਿਜਾ ਸਕਦਾ ਹੈ, ਉਵੇਂ ਹੀ ਇਸ ਮਨ ਰੂਪੀ ਡਰਾਈਵਰ ਦੇ ਹੱਥ ਦੇ ਵਿੱਚ ਇਸ ਤਨ ਰੂਪੀ ਗੱਡੀ ਦੀ ਸਟੀਅਰਿੰਗ ਆਪਾਂ ਕਹਿ ਲਈਏ, ਕਮਾਨ ਕਹਿ ਲਈਏ, ਇਹ ਮਨ ਦੇ ਅਧੀਨ ਹੈ। ਸੋ ਇਸ ਸਰੀਰ ਨੇ ਉਧਰ ਨੂੰ ਜਾਣਾ ਹੈ ਜਿੱਧਰ ਨੂੰ ਇਹ ਮਨ ਲੈ ਕੇ ਜਾਵੇਗਾ। ਇਸ ਸਰੀਰ ਨੇ ਉਹ ਕਰਮ ਕਰਨੇ ਨੇ ਜਿਹੜੇ ਕਰਮ ਇਸ ਨੂੰ ਮਨ ਨੇ ਕਹਿਣੇ ਨੇ। ਹੁਣ ਸਵਾਲ ਖੜਾ ਇਹ ਹੋ ਗਿਆ ਵੀ ਮਨ ਕੀ ਹੈ? ਮਨ ਕੋਈ ਬੋਡੀ ਦਾ ਪਾਰਟ ਨਹੀਂ। ਮਨ ਜਿਹੜਾ ਹੈ ਉਹ ਹੈ ਵਿਚਾਰਾਂ ਦਾ ਸੰਗ੍ਰਹਿ। ਸਾਡੇ ਅੰਦਰ ਜਿਹੜੇ ਵਿਚਾਰ ਬਣਦੇ ਨੇ, ਉਹਨਾਂ ਵਿਚਾਰਾਂ ਦੇ ਸੰਗ੍ਰਹਿ ਨੂੰ ਬਾਣੀ ਦੇ ਮੁਤਾਬਕ ਮਨ ਕਿਹਾ ਹੈ। ਵਿਚਾਰ ਕਰ ਰਹੇ ਸਾਂ, ਸਤਿਗੁਰੂ ਜੀ ਕਹਿੰਦੇ ਨੇ ਇਸ ਤਨ ਨੇ ਮਨ ਦੇ ਪਿੱਛੇ ਜਾਣਾ ਹੈ, ਜੋ ਮਨ ਨੇ ਕਹਿਣਾ ਹੈ। ਇਸ ਤਨ ਨੇ ਉਹ ਕਰਮ ਕਰਨੇ ਨੇ, ਕਿਉਂਕਿ ਮਨ ਡਰਾਈਵਰ ਹੈ। ਤੇ ਸਤਿਗੁਰੂ ਜੀ ਫਿਰ ਇਸ ਮਨ ਰੂਪੀ ਡਰਾਈਵਰ ਨੂੰ ਸਿੱਖਿਆ ਦਿੰਦੇ ਨੇ, ਇਸ ਨੂੰ ਟ੍ਰੇਨਿੰਗ ਦਿੰਦੇ ਨੇ। ਜਿਵੇਂ ਕਿ ਆਪਾਂ ਇਸ ਗੱਲ ਤੋਂ ਸਾਰੇ ਭਲੀ ਪ੍ਰਕਾਰ ਜਾਣੂ ਹਾਂ, ਜੇ ਕਿਸੇ ਅਣਸਿੱਖਿਅਕ ਡਰਾਈਵਰ ਦੇ ਹੱਥ ਗੱਡੀ ਪਕੜਾ ਦਿੱਤੀ ਜਾਵੇ ਤੇ ਉਹ ਗੱਡੀ ਦਾ ਐਕਸੀਡੈਂਟ ਕਰ ਸਕਦਾ ਹੈ, ਉਹ ਕਿਸੇ ਹੋਰ ਦਾ ਨੁਕਸਾਨ ਕਰ ਸਕਦਾ ਹੈ, ਕਿਸੇ ਦੇ ਉੱਤੇ ਚੜ੍ਹਾ ਸਕਦਾ ਹੈ। ਭਾਵ ਉਹ ਗੱਡੀ ਚਲਾਉਣ ਦੇ ਅਸਮਰੱਥ ਹੈ, ਉਹ ਨਹੀਂ ਚਲਾ ਪਾਵੇਗਾ ਕਿਉਂਕਿ ਸਿੱਖਿਆ ਨਹੀਂ ਹੈ। ਇਸ ਕਰਕੇ ਉਸ ਡਰਾਈਵਰ ਨੂੰ ਪਹਿਲਾਂ ਸਿਖਲਾਈ ਲੈਣੀ ਪੈਂਦੀ ਹੈ, ਸਿੱਖਿਆ ਲੈਣੀ ਪੈਂਦੀ ਹੈ, ਤੇ ਫਿਰ ਉਹ ਗੱਡੀ ਨੂੰ ਚਲਾਉਂਦਾ ਹੈ। ਤੇ ਉਹ ਫਿਰ ਬੜੇ ਸੇਫਟੀ ਦੇ ਨਾਲ, ਬੜੇ ਸੁਰੱਖਿਅਤ ਢੰਗ ਦੇ ਨਾਲ ਉਸ ਗੱਡੀ ਨੂੰ ਜਿੱਧਰ ਚਾਹਵੇ
ਲਿਜਾ ਸਕਦਾ ਹੈ, ਲੈ ਕੇ ਜਾਂਦਾ ਹੈ, ਉਵੇਂ ਹੀ ਸਤਿਗੁਰੂ ਜੀ ਇਸ ਮਨ ਰੂਪੀ ਡਰਾਈਵਰ ਨੂੰ ਸਿਖਲਾਈ ਦਿੰਦੇ ਨੇ ਬਾਣੀ ਦੇ ਰਾਹੀਂ, ਗੁਰਮਤਿ ਦੇ ਰਾਹੀਂ, ਗੁਰ ਇਤਿਹਾਸ ਦੇ ਰਾਹੀਂ, ਤਾਂ ਕਿ ਇਹ ਮਨ ਰੂਪੀ ਡਰਾਈਵਰ ਜਿਹੜਾ ਹੈ ਇਹ ਇਸ ਤਨ ਰੂਪੀ ਗੱਡੀ ਦਾ ਐਕਸੀਡੈਂਟ ਨਾ ਕਰ ਦੇਵੇ, ਇਹ ਕਿਸੇ ਦੇ ਵਿੱਚ ਠੋਕ ਨਾ ਦੇਵੇ। ਜਿਵੇਂ ਇੱਕ ਅਣਸਿੱਖਿਅਕ ਡਰਾਈਵਰ ਜਦੋਂ ਗੱਡੀ ਚਲਾਉਂਦਾ ਹੈ ਅਤੇ ਉਹਦਾ ਐਕਸੀਡੈਂਟ ਹੁੰਦਾ ਹੈ, ਉਹ ਕਿਸੇ ਦੇ ਵਿੱਚ ਠੋਕ ਕੇ ਕਿਸੇ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ, ਉਹ ਗੱਡੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਉਵੇਂ ਹੀ ਅੱਜ ਮਨੁੱਖ ਕਰ ਰਿਹਾ ਹੈ, ਅੱਜ ਦਾ ਇਨਸਾਨ ਕਰ ਰਿਹਾ ਹੈ। ਉਹ ਅੱਜ ਦੇ ਇਨਸਾਨ ਨੇ ਗੁਰੂ ਦੇ ਕੋਲੋਂ ਸਿੱਖਿਆ ਲੈ ਕੇ ਇਸ ਮਨ ਨੂੰ ਸਿੱਖਿਅਕ ਨਹੀਂ ਬਣਾਇਆ, ਇਸ ਮਨ ਨੂੰ ਸਿਖਲਾਈ ਨਹੀਂ ਦਿੱਤੀ, ਜਿਸ ਦਾ ਸਦਕਾ ਅੱਜ ਆਪਾਂ ਵੇਖਦੇ ਹਾਂ ਕਿ ਮਨੁੱਖ ਆਪਣੇ ਤਨ ਰੂਪੀ ਗੱਡੀ ਨੂੰ ਕਿਤੇ ਵਿਸ਼ਿਆਂ ਵਿਕਾਰਾਂ ਦੇ ਵਿੱਚ ਮਾਰ ਰਿਹਾ ਹੈ, ਕਿਤੇ ਈਰਖਾ ਦੇ ਵਿੱਚ, ਕਿਤੇ ਦਵੈਸ਼ ਦੇ ਵਿੱਚ, ਕਿਤੇ ਇਹ ਯਤਨ ਕਰਦਾ ਹੈ ਕਿ ਮੈਂ ਕਿਸੇ ਨੂੰ ਨੁਕਸਾਨ ਪਹੁੰਚਾ ਦਿਆਂ, ਕਿਸੇ ਦੇ ਵਿੱਚ ਠੋਕ ਦਿਆਂ, ਕਿਸੇ ਦਾ ਐਕਸੀਡੈਂਟ ਕਰ ਦਿਆਂ, ਆਪਣਾ ਐਕਸੀਡੈਂਟ ਕਰ ਦਿਆਂ। ਸੋ ਹਰ ਪੱਖ ਤੋਂ ਹੀ ਅੱਜ ਇਨਸਾਨ ਆਪਣੇ ਸਰੀਰ ਰੂਪੀ ਗੱਡੀ ਦਾ ਨੁਕਸਾਨ ਕਰ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਮਨ ਜਿਹੜਾ ਹੈ ਨਾ, ਜਿਹੜਾ ਡਰਾਈਵਰ ਹੈ, ਜਿਹੜਾ ਚਲਾਉਣ ਵਾਲਾ ਹੈ, ਉਹ ਅਣਸਿੱਖਿਅਕ ਹੈ, ਉਹਨੇ ਸਿਖਲਾਈ ਨਹੀਂ ਲਈ। ਇਸੇ ਕਰਕੇ ਸਤਿਗੁਰੂ ਜੀ ਸਾਨੂੰ ਬਾਣੀ ਦੇ ਵਿੱਚ ਬਾਰ-ਬਾਰ ਇਹ ਪ੍ਰੇਰਨਾ ਕਰ ਰਹੇ ਨੇ ਕਿ ਆਪਣੇ ਇਸ ਮਨ ਨੂੰ ਗੁਰੂ ਦੀ ਟਕਸਾਲ ਦੇ ਉੱਤੇ ਘੜ। ਆਪਾਂ ਰੋਜ਼ ਇਹ ਬਚਨ ਪੜ੍ਹਦੇ ਹਾਂ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ। ਅਤੇ ਆਪਾਂ ਰੋਜ਼ ਇਹ ਮੁਬਾਰਕ ਬਚਨ ਪੜ੍ਹਦੇ ਹਾਂ, ਘੜੀਐ ਸ਼ਬਦ ਸੱਚੀ ਟਕਸਾਲ। ਸਤਿਗੁਰੂ ਜੀ ਕਹਿੰਦੇ ਨੇ ਇਸ ਮਨ ਨੂੰ ਸ਼ਬਦ ਦੀ, ਸੱਚ ਦੀ ਟਕਸਾਲ ਦੇ ਉੱਤੇ ਘੜ, ਸਿੱਖਿਅਕ ਬਣਾ, ਤਾਂ ਕਿ ਇਹ ਮਨ ਸਿੱਖਿਅਕ ਹੋਵੇਗਾ, ਇਹਨੇ ਸਿਖਲਾਈ ਲਈ ਹੋਵੇਗੀ। ਜਦੋਂ ਇਹ ਸਰੀਰ ਰੂਪੀ ਗੱਡੀ ਨੂੰ ਚਲਾਵੇਗਾ ਫਿਰ ਇਹ ਐਕਸੀਡੈਂਟ ਨਹੀਂ ਕਰੇਗਾ, ਫਿਰ ਇਹ ਸਰੀਰ ਰੂਪੀ ਗੱਡੀ ਦਾ ਨੁਕਸਾਨ ਨਹੀਂ ਕਰੇਗਾ। ਅਜੇ ਇਹ ਐਕਸੀਡੈਂਟ ਕਰ ਰਿਹਾ ਹੈ, ਅਜੇ ਇਹ ਇਸ ਸਰੀਰ ਰੂਪੀ ਗੱਡੀ ਨੂੰ ਮਾਰ ਦਿੰਦਾ ਹੈ, ਕਦੇ ਕਾਮ ਦੇ ਵਿੱਚ, ਕਦੇ ਹੰਕਾਰ ਦੇ ਵਿੱਚ, ਕਦੇ ਨਸ਼ਿਆਂ ਦੇ ਵਿੱਚ। ਅੱਜ ਤੁਸੀਂ ਵੇਖੋ ਵੀ ਮਨੁੱਖ ਜਿਹੜਾ ਹੈ ਉਹ ਨਸ਼ਿਆਂ ਦੀ ਦਲਦਲ ਦੇ ਵਿੱਚ ਅਤੇ ਵਿਸ਼ਿਆਂ ਵਿਕਾਰਾਂ ਦੀ ਦਲਦਲ ਦੇ ਵਿੱਚ ਫਸਿਆ ਹੋਇਆ ਹੈ। ਇਹਦਾ ਕਾਰਨ ਇਹ ਹੈ ਕਿ ਇਸਨੇ ਗੁਰੂ ਦੀ ਸਿਖਲਾਈ ਆਪਣੇ ਮਨ ਰੂਪੀ ਡਰਾਈਵਰ ਨੂੰ ਨਹੀਂ ਦਿੱਤੀ। ਅਤੇ ਜੇ ਗੁਰੂ ਦੀ ਸਿਖਲਾਈ ਦਿੱਤੀ ਹੁੰਦੀ ਤੇ ਫਿਰ ਕਦੇ ਵੀ ਇਹ ਨੁਕਸਾਨ ਨਹੀਂ ਸੀ ਹੋਣਾ, ਕਦੇ ਵੀ ਇਸ ਇਨਸਾਨ ਨੇ ਨਸ਼ੇ ਵੱਲ ਨਹੀਂ ਸੀ ਜਾਣਾ, ਕਦੇ ਵੀ ਕਿਸੇ ਦਾ ਮਾੜਾ ਕਰਨ ਵਾਲੇ ਪਾਸੇ ਨਹੀਂ ਸੀ ਜਾਣਾ, ਕਦੇ ਵੀ ਕਿਸੇ ਦੇ ਨਾਲ ਧੋਖਾ ਨਹੀਂ ਸੀ ਕਰਨਾ, ਕਦੇ ਵੀ ਕਿਸੇ ਦੇ ਨਾਲ ਠੱਗੀ ਨਹੀਂ ਸੀ ਕਰਨੀ, ਕਦੇ ਵੀ ਇਸਨੇ ਕਦੇ ਵੀ ਵਿਸ਼ਿਆਂ ਵਿਕਾਰਾਂ ਦੇ ਵਿੱਚ ਨਹੀਂ ਸੀ ਪੈਣਾ, ਕਦੇ ਵੀ ਹੰਕਾਰ ਨਹੀਂ ਸੀ ਕਰਨਾ, ਕਦੇ ਵੀ ਕ੍ਰੋਧ ਨਹੀਂ ਸੀ ਕਰਨਾ, ਕਿਉਂਕਿ ਗੁਰੂ ਨੇ ਇਸ ਨੂੰ ਸਿੱਖਿਆ ਦੇਣੀ ਸੀ, ਗੁਰੂ ਨੇ ਇਸ ਨੂੰ ਉਪਦੇਸ਼ ਕਰਨਾ ਸੀ, ਗੁਰੂ ਨੇ ਇਸ ਨੂੰ ਇਹ ਗੱਲ ਸਮਝਾਉਣੀ ਸੀ ਕਿ ਹੇ ਮਨਾ, ਤੇਰਾ ਇਹ ਜੀਵਨ ਜਿਹੜਾ ਤੈਨੂੰ ਪ੍ਰਾਪਤ ਹੋਇਆ ਹੈ, ਇਹ ਇਹਨਾਂ ਵਿਸ਼ਿਆਂ ਵਿਕਾਰਾਂ ਦੇ ਲਈ ਨਹੀਂ,
ਕਿਉਂਕਿ ਆਪਾਂ ਰੋਜ਼ ਇਹ ਗੱਲ ਪੜ੍ਹਦੇ ਹਾਂ, ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਗੁਰੂ ਨੇ ਇਸ ਨੂੰ ਇਹ ਗੱਲ ਸਮਝਾਉਣੀ ਸੀ। ਸੋ ਅੱਜ ਦੇ ਇਸ ਮੁਬਾਰਕ ਬਚਨ ਦੇ ਅੰਦਰ ਵੀ ਸਾਧ ਸੰਗਤ ਜੀਓ, ਗੁਰੂ ਅਮਰਦਾਸ ਜੀ ਮਹਾਰਾਜ ਇਸ ਮਨ ਨੂੰ ਸਿੱਖਿਆ ਦਿੰਦੇ ਨੇ, ਇਸ ਮਨ ਨੂੰ ਉਪਦੇਸ਼ ਕਰਦੇ ਨੇ। ਤੇ ਸਤਿਗੁਰੂ ਜੀ ਕਹਿੰਦੇ ਨੇ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਸਤਿਗੁਰੂ ਜੀ ਕਹਿਣ ਲੱਗੇ, ਇਹ ਮੇਰੇ ਮਨਾ, ਤੂੰ ਸਦਾ ਹੀ ਹਰੀ ਦੇ ਨਾਲ ਰਹਿ, ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਰਹਿ। ਤੂੰ ਸਦਾ ਹੀ ਉਸ ਵਾਹਿਗੁਰੂ ਦੇ ਨਾਲ ਰਹਿ। ਹੁਣ ਇੱਥੇ ਮੈਂ ਛੋਟੀ ਜਿਹੀ ਬੇਨਤੀ ਕਰਨੀ ਚਾਹੁੰਦਾ ਵੀ ਨਾਲ ਰਹਿਣਾ ਕੀ ਹੈ, ਨਾਲ ਰਹਿਣ ਤੋਂ ਭਾਵ ਕੀ ਹੈ। ਨਾਲ ਰਹਿਣ ਤੋਂ ਭਾਵ ਹੈ ਕਿ ਸਦਾ ਹੀ ਤੇਰੇ ਵਿਚਾਰ ਜਿਹੜੇ ਨੇ ਉਹ ਰੱਬੀ ਗੁਣਾਂ ਵਾਲੇ ਬਣੇ ਰਹਿਣ। ਕਿਉਂਕਿ ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ ਮਨ ਦੇ ਅਰਥ ਨੇ ਵਿਚਾਰਾਂ ਦਾ ਸੰਗ੍ਰਹਿ। ਤੇਰੇ ਵਿਚਾਰ ਜਿਹੜੇ ਨੇ ਉਹ ਸਦਾ ਹੀ ਰੱਬੀ ਗੁਣਾਂ ਵਾਲੇ ਬਣੇ ਰਹਿਣ, ਭਾਵ ਤੇਰਿਆਂ ਵਿਚਾਰਾਂ ਦੇ ਅੰਦਰ ਰੱਬ ਦੇ ਗੁਣ ਜਿਹੜੇ ਨੇ ਉਹ ਸਦਾ ਬਰਕਰਾਰ ਰਹਿਣ। ਸਦਾ ਤੂੰ ਆਪਣੀਆਂ ਵਿਚਾਰਾਂ ਨੂੰ ਚੰਗਾ ਰੱਖੇ, ਪੋਜ਼ਿਟਿਵਿਟੀ ਵਾਲੇ ਰੱਖੇ। ਸਦਾ ਹੀ ਤੇਰੇ ਵਿਚਾਰ ਜਿਹੜੇ ਨੇ ਉਹ ਚੜ੍ਹਦੀ ਕਲਾ ਵਾਲੇ ਹੋਣ। ਅਤੇ ਜਿੱਦਣ ਸਾਡੀਆਂ ਵਿਚਾਰਾਂ ਦੇ ਵਿੱਚ ਰੱਬ ਆ ਗਿਆ, ਰੱਬ ਦੇ ਗੁਣ ਆ ਗਏ, ਧਿਆਨ ਰੱਖਣਾ ਸਾਧ ਸੰਗਤ ਜੀਓ, ਉਦਣ ਨਾ ਤਾਂ ਇਨਸਾਨ ਜਿਹੜਾ ਹੈ ਉਹ ਧੋਖਾ ਕਰੇਗਾ ਕਿਸੇ ਦੇ ਨਾਲ, ਨਾ ਉਹ ਚੋਰੀ ਕਰੇਗਾ, ਨਾ ਉਹ ਨਸ਼ੇ ਦੀ ਵਰਤੋਂ ਕਰੇਗਾ, ਨਾ ਉਹ ਵਿਭਚਾਰ ਦੀ ਵਰਤੋਂ ਕਰੇਗਾ, ਨਾ ਉਹ ਕ੍ਰੋਧ ਦੀ ਵਰਤੋਂ ਕਰੇਗਾ, ਅਤੇ ਨਾ ਉਹ ਹੰਕਾਰ ਦੀ ਵਰਤੋਂ ਕਰੇਗਾ। ਕਿਉਂਕਿ ਫਿਰ ਰੱਬ ਦੇ ਵਿਚਾਰਾਂ ਦਾ ਆਉਣਾ, ਬਾਣੀ ਕਹਿੰਦੀ ਹੈ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਫਿਰ ਰੱਬ ਦੇ ਵਿਚਾਰ, ਜਦੋਂ ਰੱਬ ਦੇ ਗੁਣ ਇਸ ਮਨ ਦੇ ਅੰਦਰ ਆ ਗਏ, ਜਦੋਂ ਇਸ ਮਨ ਨੇ ਰੱਬ ਦੇ ਨਾਲ ਰਹਿਣਾ ਸਿੱਖ ਲਿਆ, ਜਦੋਂ ਸਦਾ ਰਹੋ ਹਰ ਨਾਲੇ, ਹਰ ਨਾਲ ਉਸ ਮਾਲਕ ਦੇ ਨਾਲ ਰਹਿਣਾ ਸਿੱਖ ਲਿਆ, ਅਤੇ ਫਿਰ ਸਤਿਗੁਰੂ ਜੀ ਕਹਿਣ ਲੱਗੇ ਫਿਰ ਇਹ ਮਨ ਵੀ ਜਿਹੜਾ ਹੈ ਰੱਬੀ ਗੁਣਾਂ ਵਰਗਾ ਬਣ ਜਾਵੇਗਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਪਹਿਲੀ ਗੱਲ ਸਤਿਗੁਰੂ ਜੀ ਸਮਝਾਉਂਦੇ ਨੇ ਵੀ ਸਦਾ ਹੀ ਉਸ ਮਾਲਕ ਦੇ ਨਾਲ ਰਹਿ, ਭਾਵ ਤੇਰੀ ਸੁਰਤ ਦੇ ਅੰਦਰ ਤੇਰੇ ਵਿਚਾਰ ਜਿਹੜੇ ਨੇ ਉਹ ਸਦਾ ਹੀ ਰੱਬੀ ਗੁਣਾਂ ਵਾਲੇ ਬਣੇ ਰਹਿਣ। ਇਹ ਨਹੀਂ ਕਿ ਤੂੰ ਜਿੰਨਾ ਕੁ ਚਿਰ ਗੁਰਦੁਆਰੇ ਬੈਠਾ ਹੈ ਓਨਾ ਕੁ ਚਿਰ ਤੇਰੀ ਸੁਰਤ ਦੇ ਅੰਦਰ ਤੇਰੇ ਵਿਚਾਰ ਜਿਹੜੇ ਨੇ ਉਹ ਰੱਬ ਵਾਲੀ ਗੱਲ ਕਰ ਰਹੇ ਨੇ। ਜਿੰਨਾ ਕੁ ਚਿਰ ਤੂੰ ਪਾਠ ਕਰ ਰਿਹਾ ਹੈ ਓਨਾ ਕੁ ਚਿਰ ਇਹ ਵਿਚਾਰ ਜਿਹੜੇ ਨੇ ਇਹ ਰੱਬੀ ਬਣੇ ਨੇ। ਅਤੇ ਜਦੋਂ ਤੂੰ ਗੁਰਦੁਆਰਿਓਂ ਬਾਹਰ ਨਿਕਲ ਗਿਆ, ਜਦੋਂ ਗੁਟਕਾ ਸਾਹਿਬ ਤੂੰ ਰੱਖ ਦਿੱਤਾ, ਅਤੇ ਫਿਰ ਵਿਚਾਰ ਜਿਹੜੇ ਨੇ ਉਸੇ ਤਰ੍ਹਾਂ ਦੁਨੀਆ ਦੇ ਰੰਗ ਤਮਾਸ਼ਿਆਂ ਦੇ ਵਿੱਚ ਖਚਿਤ ਹੋ ਗਏ ਨੇ। ਸਤਿਗੁਰੂ ਜੀ ਕਹਿਣ ਲੱਗੇ ਐਸਾ ਨਹੀਂ, ਸਦਾ ਹੀ ਕੰਟੀਨਿਊ ਇਹਨਾਂ ਵਿਚਾਰਾਂ ਦੇ ਵਿੱਚ ਮਾੜੀ ਜਿਹੀ ਵੀ ਕਿਸੇ ਵੀ ਪ੍ਰਕਾਰ ਦੀ ਖੜੋਤ ਨਹੀਂ ਆਉਣੀ ਚਾਹੀਦੀ। ਹਮੇਸ਼ਾ ਹੀ, ਭਾਵੇਂ ਤੂੰ ਗੁਰਦੁਆਰੇ ਹੈ, ਭਾਵੇਂ ਘਰ ਹੈ, ਭਾਵੇਂ ਤੂੰ ਆਫਿਸ ਦੇ ਵਿੱਚ ਹੈ, ਭਾਵੇਂ ਤੂੰ ਟਰੈਵਲਿੰਗ ਕਰ ਰਿਹਾ ਹੈ, ਭਾਵ ਕਿਤੇ ਵੀ ਹੈ, ਤੇਰੇ ਵਿਚਾਰ ਜਿਹੜੇ ਨੇ ਉਹ ਹਮੇਸ਼ਾ ਰੱਬੀ ਗੁਣਾਂ ਵਾਲੇ ਬਣੇ ਹੋਣੇ ਚਾਹੀਦੇ ਨੇ। ਇਹ ਹੈ ਹਰ ਨਾਲੇ, ਇਹ ਹੈ ਨਾਲ ਰਹਿਣਾ। ਇਸ ਨੂੰ ਸਤਿਗੁਰੂ ਜੀ ਦੀ ਬਾਣੀ ਇਸ ਢੰਗ ਦੇ ਨਾਲ ਵੀ ਬਿਆਨ ਕਰਦੀ ਹੈ। ਆਪਾਂ ਜਦੋਂ ਭਗਤ ਨਾਮਦੇਵ ਜੀ ਦਾ ਇਹ ਸ਼ਬਦ ਪੜ੍ਹਦੇ ਹਾਂ, ਮਨ ਰਾਮ ਨਾਮਾ ਬੇਦੀ ਅਲੇ, ਜੈਸੇ ਕਨਕ ਕਲਾ ਚਿਤ ਮਾਂਡੀ ਅਲੇ।
आनीले कागद काटीले गुडी आकाश मध्य परमेले पंच जना स्यों बात बतुआ चीत सोडोरी राखीले। इस सारे शब्द ਨੂੰ ਆਪਾਂ ਪੜ੍ਹੀਏ। ਇਸ ਦੇ ਅੰਦਰ ਸਤਿਗੁਰੂ ਜੀ ਸਾਨੂੰ ਇਹੀ ਗੱਲ ਸਮਝਾ ਰਹੇ ਨੇ ਕਿ ਸਦਾ ਕੰਟੀਨਿਊ ਰੱਬ ਦੇ ਨਾਲ ਕਿਵੇਂ ਰਹਿਣਾ ਹੈ, ਕਿਵੇਂ ਰੱਬ ਦੇ ਗੁਣਾਂ ਨੂੰ ਆਪਣਿਆਂ ਵਿਚਾਰਾਂ ਦੇ ਵਿੱਚ ਕੰਟੀਨਿਊ ਅਸੀਂ ਰੱਖਣਾ ਹੈ। ਸੋ ਸਤਿਗੁਰੂ ਜੀ ਕਹਿੰਦੇ ਨੇ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਫਿਰ ਸਤਿਗੁਰੂ ਜੀ ਇਸ ਮਨ ਨੂੰ ਸਮਝਾਉਂਦੇ ਨੇ, ਦੁਹਰਾਉਂਦੇ ਨੇ ਇਸ ਗੱਲ ਨੂੰ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਮੈਂ ਅਕਸਰ ਇਸ ਗੱਲ ਦੀ ਬੇਨਤੀ ਕਰਿਆ ਕਰਦਾ ਵੀ ਇਹ ਮਨ ਜਿਹੜਾ ਹੈ ਨਾ ਇਹ ਬੜਾ ਦਲੀਲਬਾਜ਼ ਹੈ, ਬੜੀਆਂ ਦਲੀਲਾਂ ਦਿੰਦਾ ਹੈ, ਬਹੁਤ ਦਲੀਲਾਂ। ਜਦੋਂ ਗੁਰੂ ਸਾਹਿਬ ਜੀ ਨੇ ਇਸ ਨੂੰ ਕਿਹਾ ਨਾ ਵੀ ਤੂੰ ਸਦਾ ਉਸ ਮਾਲਕ ਦੇ ਨਾਲ ਰਹਿ, ਸਦਾ ਹੀ ਤੇਰਿਆਂ ਵਿਚਾਰਾਂ ਦੇ ਵਿੱਚ ਉਸ ਰੱਬ ਦੀ ਯਾਦ ਬਣੀ ਰਵੇ, ਤੇ ਮਨ ਕਹਿੰਦਾ ਵੀ ਇਹਦੇ ਨਾਲ ਹੋਵੇਗਾ ਕੀ? ਮੈਂ ਦੁਨੀਆ ਦੇ ਰੰਗ ਤਮਾਸ਼ੇ ਯਾਦ ਰੱਖਦਾ, ਮੈਨੂੰ ਇੱਕ ਅੰਦਰੋਂ ਖੁਸ਼ੀ ਮਿਲਦੀ ਹੈ। ਮੈਂ ਕਿਸੇ ਗਾਣੇ ਨੂੰ ਯਾਦ ਰੱਖਦਾ, ਮੇਰਾ ਜਦੋਂ ਜੀ ਕਰਦਾ ਮੈਂ ਗਾ ਲੈਂਦਾ। ਮੈਂ ਕਿਸੇ ਦੀ ਕਹੀ ਗੱਲ ਨੂੰ ਯਾਦ ਰੱਖਦਾ, ਉਹ ਗੱਲ ਮੈਨੂੰ ਸਦੀਆਂ ਤੱਕ ਯਾਦ ਰਹਿੰਦੀ ਹੈ। ਜੇ ਮੈਂ ਉਸ ਰੱਬ ਦੀ ਯਾਦ ਨੂੰ ਆਪਣੇ ਅੰਦਰ ਰੱਖਾਂਗਾ, ਜੇ ਮੈਂ ਸਦਾ ਉਹਦੇ ਨਾਲ ਰਵਾਂਗਾ ਤੇ ਉਸ ਦਾ ਮੈਨੂੰ ਲਾਭ ਕੀ ਮਿਲੇਗਾ? ਇਸ ਮਨ ਨੇ ਦਲੀਲ ਦਿੱਤੀ ਹੈ। ਤੇ ਸਤਿਗੁਰੂ ਜੀ ਫਿਰ ਇਸ ਨੂੰ ਰਿਪੀਟ ਕਰਦੇ ਨੇ ਇਹ ਗੱਲ। ਗੁਰੂ ਸਾਹਿਬ ਜੀ ਕਹਿਣ ਲੱਗੇ ਹਰ ਨਾਲ ਰਹੋ ਤੂੰ ਮਨ ਮੇਰੇ, ਹੇ ਮੇਰੇ ਮਨ ਤੂੰ ਸਦਾ ਉਸ ਮਾਲਕ ਦੇ ਨਾਲ ਰਹਿ। ਭਾਵ ਇਹ ਕਿ ਸਦਾ ਹੀ ਤੇਰੇ ਵਿਚਾਰ ਜਿਹੜੇ ਨੇ ਉਹ ਰੱਬ ਵਾਲੇ ਬਣੇ ਰਹਿਣ, ਗੁਣਾਂ ਵਾਲੇ ਬਣੇ ਰਹਿਣ। ਤੇ ਸਤਿਗੁਰੂ ਜੀ ਕਹਿਣ ਲੱਗੇ ਇਹਦੇ ਨਾਲ ਹੋਏਗਾ ਕਿ ਦੁੱਖ ਸਭ ਵਿਸਾਰਨਾ। ਤੇਰੇ ਸਾਰੇ ਦੁੱਖ ਜਿਹੜੇ ਨੇ, ਸਾਰੇ ਤੇਰੇ ਕਲੇਸ਼ ਜਿਹੜੇ ਨੇ ਉਹ ਤੈਨੂੰ ਵਿਸਰ ਜਾਣਗੇ, ਖਤਮ ਹੋ ਜਾਣਗੇ। ਆਪਾਂ ਰੋਜ਼ ਇਹ ਗੱਲ ਪੜ੍ਹਦੇ ਹਾਂ ਨਾ, ਨਾਨਕ ਗਾਵੀਏ ਗੁਣੀ ਨਿਧਾਨ, ਗਾਵੀਏ ਸੁਣੀਏ ਮਨ ਰੱਖੀਏ ਪਾਓ, ਦੁੱਖ ਪਰ ਹਰ ਸੁਖ ਕਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ। ਸੋ ਸਤਿਗੁਰੂ ਜੀ ਕਹਿੰਦੇ ਨੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਪਹਿਲੀ ਗੱਲ ਇਹ ਹੈ, ਜੇ ਤੂੰ ਉਸ ਮਾਲਕ ਨੂੰ ਆਪਣੇ ਨਾਲ ਰੱਖੇਂਗਾ, ਆਪਣਿਆਂ ਵਿਚਾਰਾਂ 'ਚ ਸਦਾ ਰੱਖੇਂਗਾ, ਤੇ ਸਤਿਗੁਰੂ ਜੀ ਕਹਿੰਦੇ ਨੇ ਤੇਰੇ ਦੁੱਖ ਖਤਮ ਹੋ ਜਾਣਗੇ। ਦੁੱਖ ਕਿਹੜੇ ਨੇ ਇਹ ਆਪਾਂ ਬਾਣੀ ਦੇ ਵਿੱਚੋਂ ਇਸ ਦੀ ਡੈਫੀਨੇਸ਼ਨ ਨੂੰ ਜਦੋਂ ਸਮਝਾਂਗੇ ਤੇ ਇੱਕ ਲੰਮੀ ਲਿਸਟ ਬਣ ਜਾਂਦੀ ਹੈ। ਇੱਥੇ ਮਨ ਦਿਆਂ ਦੁੱਖਾਂ ਦੀ ਗੱਲ ਹੈ, ਤਨ ਦੇ ਦੁੱਖਾਂ ਦੀ ਗੱਲ ਨਹੀਂ, ਕਿਉਂਕਿ ਤਨ ਦੇ ਦੁੱਖ ਜਿਹੜੇ ਨੇ ਉਹ ਸਾਡੇ ਬਾਹਰੀ ਯਤਨਾਂ ਦੇ ਨਾਲ, ਤਨ ਦੇ ਦੁੱਖ ਜਿਹੜੇ ਨੇ ਉਹ ਦਵਾ ਦਾਰੂ, ਬਾਹਰਲੀ ਮੈਡੀਸਨ ਜਾਂ ਹੋਰ ਜਿਹੜੇ ਬਾਹਰਲੇ ਉਪਕਰਨ ਪੈਦਾ ਹੋਏ ਨੇ ਉਹਨਾਂ ਦੇ ਨਾਲ ਅਸੀਂ ਖਤਮ ਕਰ ਸਕਦੇ ਹਾਂ। ਪਰ ਇੱਥੇ ਮਨ ਦਿਆਂ ਦੁੱਖਾਂ ਦੀ ਗੱਲ ਹੈ। ਮਨ ਦਾ ਦੁੱਖ ਕਿਹੜਾ ਹੈ? ਆਪਾਂ ਬਾਣੀ 'ਚੋਂ ਪੜ੍ਹਦੇ ਹਾਂ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਕਤ ਵਾਰ ਜਮਦੂਤ। ਸੋ ਇਹ ਸਾਰੇ ਮਨ ਦੇ ਦੁੱਖ ਨੇ। ਮਨ ਨੂੰ ਦੁੱਖ ਲੱਗਾ ਹੈ ਕਾਮ ਦਾ, ਮਨ ਨੂੰ ਦੁੱਖ ਲੱਗਾ ਹੈ ਹੰਕਾਰ ਦਾ, ਈਰਖਾ ਦਾ, ਦਵੈਸ਼ ਦਾ, ਧੋਖੇ ਕਰਨ ਦਾ, ਝੂਠ ਬੋਲਣ ਦਾ, ਚੋਰੀਆਂ ਕਰਨ ਦਾ, ਨਸ਼ਾ ਕਰਨ ਦਾ, ਇਹ ਸਾਰੇ ਨਿੰਦਿਆ ਕਰਨ ਦਾ, ਇਹ ਮਨ ਨੂੰ ਦੁੱਖ ਲੱਗਾ ਹੈ। ਸੋ ਸਤਿਗੁਰੂ ਜੀ ਕਹਿੰਦੇ ਨੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਪਹਿਲਾ ਨੁਕਤਾ। ਦੂਸਰੀ ਗੱਲ ਸਤਿਗੁਰੂ ਜੀ ਕਹਿੰਦੇ ਨੇ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸੁਵਾਰਨਾ। ਅੰਗੀਕਾਰ ਦੇ ਅਰਥ ਨੇ ਸਹਾਇਤਾ ਕਰਨ ਵਾਲਾ। ਜਦੋਂ ਤੂੰ ਉਸ ਮਾਲਕ ਨੂੰ ਆਪਣਿਆਂ ਵਿਚਾਰਾਂ 'ਚ ਰੱਖੇਂਗਾ, ਜਦੋਂ ਤੂੰ ਰੱਬੀ ਗੁਣਾਂ ਨੂੰ ਆਪਣਿਆਂ ਵਿਚਾਰਾਂ 'ਚ ਰੱਖੇਂਗਾ, ਜਦੋਂ ਤੂੰ ਸੱਚ ਨੂੰ ਆਪਣਿਆਂ ਵਿਚਾਰਾਂ 'ਚ ਰੱਖੇਂਗਾ, ਜਦੋਂ ਸਿਧਾਂਤ ਨੂੰ ਆਪਣਿਆਂ ਵਿਚਾਰਾਂ 'ਚ ਰੱਖੇਂਗਾ, ਤੇ ਸਤਿਗੁਰੂ ਜੀ ਕਹਿਣ ਲੱਗੇ ਫਿਰ ਉਹ ਪਰਮਾਤਮਾ ਸਦਾ ਤੇਰੀ ਸਹਾਇਤਾ ਕਰੇਗਾ। ਉਹ ਸੱਚ, ਉਹ ਸਿਧਾਂਤ, ਉਹ ਰੱਬੀ ਗੁਣ, ਉਹ ਵਿਚਾਰਧਾਰਾ ਹਮੇਸ਼ਾ ਤੇਰੀ ਸਹਾਇਤਾ ਕਰੇਗੀ।
ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ। ਤੇ ਤੇਰਾ ਸਾਰਾ ਹੀ ਕਾਰਜ ਜਿਹੜਾ ਹੈ, ਜਿੰਨੇ ਵੀ ਕੰਮ ਨੇ ਉਹ ਤੇਰੇ ਸਵਾਰੇ ਜਾਣਗੇ। ਭਾਵ ਕਿ ਫਿਰ ਤੇਰੇ ਜੀਵਨ ਦੇ ਅੰਦਰ ਚੰਗੇ ਕੰਮ ਹੀ ਆਉਣਗੇ, ਕਦੇ ਮਾੜੇ ਕੰਮ ਨਹੀਂ ਆਉਣਗੇ। ਜਿੱਦਣ ਚੰਗੇ ਵਿਚਾਰਾਂ ਨੂੰ ਤੂੰ ਧਾਰਨ ਕਰ ਲਿਆ, ਸੱਚ ਨੂੰ, ਉਸ ਮਾਲਕ ਨੂੰ ਤੂੰ ਆਪਣੇ ਜੀਵਨ 'ਚ ਅਡੋਪਟ ਕਰ ਲਿਆ, ਸਤਿਗੁਰੂ ਜੀ ਕਹਿਣ ਲੱਗੇ ਉਹ ਫਿਰ ਚੰਗੇ ਵਿਚਾਰ ਤੇਰੀ ਸਹਾਇਤਾ ਕਰਨਗੇ। ਉਹ ਸੱਚ, ਉਹ ਹਮੇਸ਼ਾ ਤੇਰਾ ਸਹਾਈ ਹੋਵੇਗਾ। ਮੈਂ ਇੱਕ ਛੋਟੀ ਜੀ ਇਤਿਹਾਸ ਦੀ ਗਾਥਾ ਸਾਧ ਸੰਗਤ ਜੀ ਆਪ ਜੀ ਦੇ ਨਾਲ ਸਾਂਝੀ ਕਰਨੀ ਚਾਹੁੰਦਾ। ਸਰਦਾਰ ਕਰਤਾਰ ਸਿੰਘ ਸਰਾਭਾ, ਜਿਨ੍ਹਾਂ ਦਾ ਆਪਾਂ ਇਤਿਹਾਸ ਦੀਆਂ ਪੰਨਿਆਂ ਦੇ ਵਿੱਚ ਨਾਮ ਪੜ੍ਹਦੇ ਹਾਂ, ਜਦੋਂ ਉਹਨਾਂ ਦਾ ਇਤਿਹਾਸ ਪੜ੍ਹੀਏ ਤੇ 1896 ਈਸਵੀ ਦੇ ਵਿੱਚ ਇਹਨਾਂ ਦਾ ਜਨਮ ਹੁੰਦਾ ਹੈ। ਛੋਟੀ ਜਿਹੀ ਉਮਰ ਦੇ ਵਿੱਚ ਮਾਤਾ ਪਿਤਾ ਚੜ੍ਹਾਈ ਕਰ ਜਾਂਦੇ ਨੇ। ਆਪਣੇ ਜੀਵਨ ਨੂੰ ਸੰਘਰਸ਼ ਦੇ ਵਿੱਚ ਜਿੰਦੇ ਹੋਏ ਇਹ 1912 ਈਸਵੀ ਦੇ ਵਿੱਚ 10ਵੀਂ ਪਾਸ ਕਰਨ ਤੋਂ ਬਾਅਦ ਸਨ ਫਰਾਂਸਿਸਕੋ ਦੀ ਬੰਦਰਗਾਹ ਦੇ ਉੱਤੇ USA ਚਲੇ ਜਾਂਦੇ ਨੇ। ਉੱਥੇ ਇਹਨਾਂ ਨੂੰ ਲਾਗ ਲੱਗਦੀ ਹੈ ਗਦਰੀ ਬਾਬਿਆਂ ਦੇ ਨਾਲ ਰਲ ਕੇ ਗਦਰ ਲਹਿਰ ਦੇ ਵਿੱਚ ਇਹ ਆਪਣਾ ਹਿੱਸਾ ਪਾਉਣਾ ਸ਼ੁਰੂ ਕਰਦੇ ਨੇ। ਮੈਂ ਜਿਹੜੀ ਬੇਨਤੀ ਕਰਨੀ ਚਾਹ ਰਿਹਾ ਕਿ ਉਹ ਮਾਲਕ ਕਿਵੇਂ, ਉਹ ਗੁਣ, ਉਹ ਵਿਚਾਰ, ਸੱਚ ਦੀ ਵਿਚਾਰ ਕਿਵੇਂ ਸਾਡੀ ਸਹਾਇਤਾ ਕਰਦੀ ਹੈ, ਕਿਵੇਂ ਅੰਗੀਕਾਰ ਹੁੰਦੀ ਹੈ। ਖੈਰ 1914 ਦੇ ਵਿੱਚ ਇਹ ਫਿਰ ਭਾਰਤ ਵਾਪਸ ਆਉਂਦਾ ਹੈ ਤੇ ਗਦਰ ਲਹਿਰ ਦੇ ਵਿੱਚ ਆਪਣਾ ਯੋਗਦਾਨ ਪਾਉਂਦਿਆਂ ਹੋਇਆਂ ਸਭ ਤੋਂ ਮੋਹਰੀਆਂ ਤੇ ਅਗਲੀਆਂ ਕਤਾਰਾਂ ਦੇ ਵਿੱਚ ਆ ਕੇ ਖੜਾ ਹੋ ਜਾਂਦਾ ਹੈ। 20 ਕੁ ਸਾਲ ਦੀ ਉਮਰ ਹੈ ਤੇ 20 ਕੁ ਸਾਲ ਦੀ ਉਮਰ ਦੇ ਵਿੱਚ ਇਸ ਨੂੰ ਫਾਂਸੀ ਹੁੰਦੀ ਹੈ 1917 ਈਸਵੀ ਦੇ ਵਿੱਚ। ਪਰ ਇਹ ਆਪਣੀ ਇਸ 20 ਕੁ ਸਾਲ ਦੀ ਉਮਰ ਦੇ ਵਿੱਚ ਗਦਰ ਲਹਿਰ ਦਾ ਐਡਾ ਵੱਡਾ ਘੁਲਾਟੀਆ ਬਣ ਜਾਂਦਾ ਹੈ, ਐਡਾ ਵੱਡਾ ਯੋਗਦਾਨ ਪਾਉਂਦਾ ਹੈ। ਇਸ ਦੇ ਜੀਵਨ ਦੀ ਇੱਕ ਛੋਟੀ ਜਿਹੀ ਘਟਨਾ ਮੈਂ ਆਪ ਜੀ ਦੇ ਨਾਲ ਸਾਂਝੀ ਕਰਨੀ ਚਾਹੁੰਦਾ ਵੀ ਕਿਵੇਂ ਉਹ ਅੰਗੀਕਾਰ ਸਹਾਇਤਾ ਕਰਦਾ ਹੈ। ਜਿਹੜੀ ਗੱਲ ਆਪਾਂ ਕਰਦੇ ਹਾਂ ਨਾ, ਅੰਗੀਕਾਰ ਉਹ ਕਰੇ ਤੇਰਾ, ਉਹ ਪਰਮਾਤਮਾ, ਉਹ ਸੱਚ ਵਾਲੇ ਵਿਚਾਰ, ਉਹ ਸਿਧਾਂਤਾਂ ਵਾਲੇ, ਅਸੂਲਾਂ ਵਾਲੇ ਵਿਚਾਰ ਕਿਵੇਂ ਸਾਡੇ ਜੀਵਨ ਦੇ ਵਿੱਚ ਅੰਗੀਕਾਰ ਹੁੰਦੇ ਨੇ। ਗਦਰ ਲਹਿਰ ਦੇ ਲਈ ਇਹਨਾਂ ਨੂੰ ਹਥਿਆਰਾਂ ਦੀ ਜ਼ਰੂਰਤ ਸੀ ਤੇ ਹਥਿਆਰਾਂ ਦੇ ਲਈ ਪੈਸੇ ਦੀ ਜ਼ਰੂਰਤ ਸੀ। ਸਰਦਾਰ ਕਰਤਾਰ ਸਿੰਘ ਸਰਾਭਾ ਦਾ ਜੀਵਨ ਜਦੋਂ ਆਪਾਂ ਪੜ੍ਹਦੇ ਹਾਂ, ਪੈਸਾ ਜਿਹੜਾ ਸੀ ਉਹ ਇਸਨੇ ਆਪਣੀ ਟੀਮ ਦੇ ਨਾਲ, ਆਪਣੀ ਪਾਰਟੀ ਦੇ ਨਾਲ ਵਿਚਾਰ ਕਰਕੇ ਇਹ ਵਿਉਂਤ ਬਣਾਈ ਕਿ ਅਸੀਂ ਹਥਿਆਰਾਂ ਦੇ ਲਈ ਜਿਹੜਾ ਪੈਸਾ ਇਕੱਠਾ ਕਰਨਾ ਉਹਦੇ ਲਈ ਡਾਕੇ ਮਾਰੇ ਜਾਣ। ਸੋ ਇਹ ਸਾਹਨੇਵਾਲ ਪਿੰਡ ਦੇ ਵਿੱਚ ਡਾਕਾ ਮਾਰਨ ਗਿਆ। ਕਿਸੇ ਘਰ ਇਸਨੇ ਡਾਕਾ ਮਾਰਿਆ। ਜਿਸ ਘਰ 'ਚ ਡਾਕਾ ਮਾਰਿਆ ਉਸ ਘਰ ਦੇ ਵਿੱਚ ਇੱਕ ਨੌਜਵਾਨ ਲੜਕੀ ਹੈ ਜਿਹੜੀ ਬੜੀ ਸੁੰਦਰ ਹੈ। ਇਸ ਦੇ ਨਾਲ ਡਾਕਾ ਮਾਰਨ ਗਏ ਸਾਥੀਆਂ ਦੇ ਵਿੱਚੋਂ ਇੱਕ ਸਾਥੀ ਦੀ ਨਿਗਾਹ ਉਸ ਲੜਕੀ ਦੇ ਉੱਤੇ ਪਈ ਤੇ ਉਸਨੇ ਉਸ ਲੜਕੀ ਦੀ ਬਾਂਹ ਪਕੜ ਲਈ। ਭੈੜੀ ਨੀਤ ਦੇ ਨਾਲ, ਗਲਤ ਬਦਨੀਤੀ ਕਰਨ ਦੇ ਲਈ ਸਰਦਾਰ ਕਰਤਾਰ ਸਿੰਘ ਸਰਾਭਾ, ਜਿਹੜਾ ਉਸ ਵੇਲੇ ਉੱਥੇ ਡਾਕਾ ਮਾਰ ਰਿਹਾ ਹੈ, ਉਸਨੇ ਆਪਣੀ ਬੰਦੂਕ ਜਿਹੜੀ ਸੀ ਆਪਣੇ ਸਾਥੀ ਦੀ ਛਾਤੀ ਦੇ ਉੱਤੇ ਤਾਣ ਦਿੱਤੀ ਵੀ ਇਸ ਲੜਕੀ ਦੇ ਕੋਲੋਂ ਮਾफ़ੀ ਮੰਗ, ਇਹਨੂੰ ਭੈਣ ਕਹਿ ਤੇ ਇਸ ਦੇ ਕੋਲੋਂ ਮਾफ़ੀ ਮੰਗ। ਖੈਰ ਉਸ ਦੇ ਸਾਥੀ ਨੇ ਆਪਣੀ ਗਲਤੀ ਨੂੰ ਸਵੀਕਾਰ ਕੀਤਾ, ਮਾफ़ੀ ਮੰਗੀ। ਉਸ ਲੜਕੀ ਦੀ ਮਾਂ ਇਸ ਗੱਲ ਤੋਂ ਬੜੀ ਪ੍ਰਭਾਵਿਤ ਹੋਈ। ਉਹ ਕਰਤਾਰ ਸਿੰਘ ਸਰਾਭਾ ਨੂੰ ਕਹਿੰਦੀ ਹੈ, ਪੁੱਤ ਭਾਵੇਂ ਤੂੰ ਡਾਕਾ ਮਾਰਨ ਆਇਆ ਹੈ,
ਪਰ ਤੇਰੇ ਵਿਚਾਰ, ਤੇਰੇ ਅੰਦਰ ਉਹ ਸੱਚ, ਤੇਰੇ ਸਿਧਾਂਤ, ਤੇਰੇ ਅਸੂਲ, ਉਹ ਰੱਬੀ ਗੁਣ ਜਿਹੜੇ ਨੇ ਉਹ ਬਰਕਰਾਰ ਨੇ। ਪਰ ਇਹ ਦੱਸ ਵੀ ਇਹ ਡਾਕੇ ਮਾਰਨ ਦੀਆਂ ਤੈਨੂੰ ਜ਼ਰੂਰਤਾਂ ਕੀ ਪਈਆਂ, ਇਹ ਲੋੜ ਕੀ ਪੈ ਗਈ। ਅਤੇ ਸਰਦਾਰ ਕਰਤਾਰ ਸਿੰਘ ਸਰਾਭਾ ਸਾਰੀ ਗੱਲ ਦੱਸਦਾ ਵੀ ਅਸੀਂ ਕ੍ਰਾਂਤੀਕਾਰੀ ਹਾਂ, ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਅਸੀਂ ਇਹ ਡਾਕੇ ਮਾਰ ਰਹੇ ਹਾਂ। ਅਸੀਂ ਇਹਨਾਂ ਡਾਕਿਆਂ ਦੇ ਪੈਸੇ ਦੇ ਨਾਲ ਹਥਿਆਰ ਖਰੀਦਣੇ ਨੇ, ਅਸੀਂ ਹੋਰ ਲੋੜਾਂ ਪੂਰੀਆਂ ਕਰਨੀਆਂ ਨੇ। ਖੈਰ, ਉਸ ਮਾਂ ਨੇ ਕਰਤਾਰ ਸਿੰਘ ਸਰਾਭੇ ਨੂੰ ਇੱਕ ਗੱਲ ਕਹੀ, ਜੋ ਉਹਨਾਂ ਨੇ ਲੁੱਟਿਆ ਸੀ ਉਹ ਕਰਤਾਰ ਸਿੰਘ ਸਰਾਭੇ ਨੂੰ ਇੱਕ ਗੱਲ ਕਹਿੰਦੀ ਹੈ ਕਿ ਪੁੱਤ, ਤੇਰੀ ਇਸ ਭੈਣ ਦਾ ਆਨੰਦ ਕਾਰਜ ਹੈ, ਇਹਦੇ ਆਨੰਦ ਕਾਰਜ ਦੇ ਲਈ ਜਿੰਨਿਆਂ ਕੁ ਪੈਸਿਆਂ ਦੀ ਲੋੜ ਹੈ ਓਨੇ ਕੁ ਦੇ ਕੇ ਸਾਨੂੰ, ਅਤੇ ਬਾਕੀ ਸਾਰੇ ਲੈ ਜਾ। ਅਸੀਂ ਤੈਨੂੰ ਆਪਣੀ ਖੁਸ਼ੀ ਦੇ ਨਾਲ ਇਹ ਪੈਸਾ ਦੇ ਰਹੇ ਹਾਂ, ਤੈਨੂੰ ਡਾਕੇ ਮਾਰਨ ਦੀ ਲੋੜ ਨਹੀਂ। ਅਤੇ ਜੇ ਹੋਰ ਵੀ ਤੈਨੂੰ ਲੋੜ ਪਵੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕੋਲ ਆਵੀਂ, ਅਸੀਂ ਤੈਨੂੰ ਜੋ ਬਣੇਗਾ ਸਰੇਗਾ ਅਸੀਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੈਨੂੰ ਪ੍ਰਾਪਤ ਕਰਾਵਾਂਗੇ। ਸੋ ਇਹੋ ਜਿਹਾ ਜੀਵਨ ਆਪਾਂ ਗੱਲ ਕਰ ਰਹੇ ਸੀ। ਅੰਗੀਕਾਰ ਇਸ ਢੰਗ ਦੇ ਨਾਲ ਰੱਬੀ ਗੁਣ, ਸੱਚ, ਸਿਧਾਂਤ, ਅਸੂਲ ਸਾਡੇ ਜੀਵਨ ਦੀ ਸਹਾਇਤਾ ਕਰਦੇ ਨੇ। ਇਸ ਕਰਕੇ ਸਤਿਗੁਰੂ ਗੁਰੂ ਅਮਰਦਾਸ ਜੀ ਮਨ ਨੂੰ ਕਹਿੰਦੇ ਨੇ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ। ਉਹ ਮਾਲਕ ਸਾਰੀਆਂ ਗੱਲਾਂ ਦੇ ਸਮਰੱਥ ਹੈ। ਜਦੋਂ ਇਨਸਾਨ ਦੇ ਅੰਦਰ ਆਹ ਵਿਚਾਰ ਬਣ ਜਾਂਦੇ ਨੇ, ਫਿਰ ਉਹ ਇਨਸਾਨ ਹਰ ਕਾਰਜ ਕਰਨ ਦੇ ਲਈ ਪਰਮਾਤਮਾ ਦਾ ਓਟ ਆਸਰਾ ਲੈ ਕਰਕੇ ਆਪਣੇ ਅੰਦਰ ਉਸ ਪਰਮਾਤਮਾ ਦੀ ਸਮਰੱਥਾ ਨੂੰ ਬਹਾਲ ਕਰਦਾ ਹੈ, ਕਿਉਂਕਿ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਪਰਮਾਤਮਾ ਸਮਰੱਥ ਹੈ, ਸਾਰੀਆਂ ਤਾਕਤਾਂ ਦਾ ਮਾਲਕ ਹੈ। ਸੋ ਕਿਉ ਮਨੋ ਵਿਸਾਰੇ। ਅਤੇ ਫਿਰ ਗੁਰੂ ਅਮਰਦਾਸ ਜੀ ਇਸ ਮਨ ਨੂੰ ਸੰਬੋਧਨ ਕਰਦੇ ਨੇ, ਉਸ ਪਰਮਾਤਮਾ ਨੂੰ ਆਪਣੇ ਮਨ ਤੋਂ ਵਿਸਾਰ ਨਾ, ਭੁਲਾ ਨਾ। ਅਤੇ ਅਖੀਰ 'ਤੇ ਕਹਿੰਦੇ ਨੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਨਾਨਕ ਇਹ ਗੱਲ ਆਖਦਾ ਹੈ, ਹੇ ਮੇਰੇ ਮਨ, ਸਦਾ ਹੀ ਉਸ ਮਾਲਕ ਦੇ ਨਾਲ ਰਹਿ, ਸਦਾ ਹੀ ਉਸ ਪਰਮਾਤਮਾ ਦੀਆਂ ਗੁਣਾਂ ਨੂੰ ਆਪਣੀ ਵਿਚਾਰਧਾਰਾ ਦੇ ਅੰਦਰ, ਆਪਣੀ ਸੁਰਤ ਦੇ ਅੰਦਰ ਟਿਕਾ ਕੇ ਰੱਖ। ਸੱਚ ਨੂੰ, ਸਿਧਾਂਤਾਂ ਨੂੰ, ਰੱਬੀ ਗੁਣਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾ। ਆਓ ਗੁਰੂ ਕਿਰਪਾ ਕਰੇ ਅਸੀਂ ਵੀ ਆਪਣੇ ਮਨ ਨੂੰ ਇਹ ਗੱਲ ਸਮਝਾਈਏ, ਅਸੀਂ ਵੀ ਆਪਣੇ ਵਿਚਾਰਾਂ ਨੂੰ ਇਹ ਗੱਲ ਸਮਝਾ ਕੇ ਆਪਣੇ ਵਿਚਾਰ ਹਮੇਸ਼ਾ ਰੱਬੀ ਗੁਣਾਂ ਵਾਲੇ ਕਰੀਏ, ਸੱਚ ਵਾਲੇ, ਅਸੂਲਾਂ ਅਤੇ ਸਿਧਾਂਤਾਂ ਵਾਲੇ ਬਣਾ ਸਕੀਏ, ਤਾਂ ਕਿ ਸਾਡਾ ਵੀ ਮਨ ਜਿਹੜਾ ਹੈ ਉਹ ਚੰਗਿਆਈਆਂ ਵਾਲੇ ਪਾਸੇ ਤੁਰ ਸਕੇ। ਅਤੇ ਜਿੱਥੋਂ ਆਪਾਂ ਗੱਲ ਆਰੰਭ ਕੀਤੀ ਸੀ, ਸਾਡਾ ਮਨ ਇਸ ਸਰੀਰ ਦੀ ਗੱਡੀ ਨੂੰ ਸੇਫਟੀ ਦੇ ਨਾਲ ਡਰਾਈਵ ਕਰਕੇ ਇਸ ਦੀ ਮੰਜ਼ਿਲੇ ਮਕਸੂਦ ਤੱਕ ਪਹੁੰਚਾ ਸਕੇ।